ਪੈਸਿਆਂ ਦੀ ਮੈਨੂੰ ਕੋਈ ਨਹੀਂ, ਮੈਂ ਲਾਹਨਤ ਭੇਜਣਾ ਪੈਸੇ ਤੇ, ਮੈਨੂੰ ਸਾਬ ਇਨਸਾਫ ਚਾਹੀਦਾ ਮੇਰੀ ਬੱਚੀ ਵਾਸਤੇ। ਹਾਂਜੀ, ਇਹ ਗੈਰਤਮੰਦ ਪਿਓ ਦੀ ਇੱਕ ਆਵਾਜ਼ ਹੈ, ਇਹ ਗੈਰਤਮੰਦ ਬਾਪ ਦੀ ਇੱਕ ਆਵਾਜ਼ ਹੈ। ਮੇਰੇ ਨਾਲ ਇਨਸਾਫ ਕੀਤਾ ਜਾਵੇ, ਇਹਨਾਂ ਨੇ ਮੈਡੀਕਲ ਨਹੀਂ ਕਰਾਉਣ ਦਿੱਤਾ, ਸਾਰਾ ਮੇਰਾ ਵਕਤ ਗੁੱਲ ਕਰ ਦਿੱਤਾ, ਮੇਰੇ ਸਾਰੇ ਪ੍ਰੂਫ ਖਰਾਬ ਕਰ ਦਿੱਤੇ। ਕੁੜੀ ਰਾਤ ਵੀ ਸੁੱਤੀ ਆ, ਉਹਨਾਂ ਨੇ ਉਸ ਦਿਨ ਨਵਾ ਕੇ ਬਾਹਰ ਕੱਢੀ ਕੁੜੀ। ਰਾਤ ਸੁੱਤੀ, ਸੁਬਾਹ ਅਸੀਂ ਦੀ ਸ਼ਲਵਾਰ ਨਾਲ ਜੋ ਵੇਖਿਆ ਬਲੱਡ ਲੱਗਿਆ ਹੋਇਆ ਸੀ। बातों में लगे हुए हैं और वो आराम से घर बैठे हैं सर। और हम कुत्ते की तरह भाग रहे हैं सर, कुत्ते की तरह, जैसे पागल कुत्ते होते हैं। इन लोगों को बात पहले सोचनी चाहिए जब मुझे ये लेने गए। अब आप भी देख रहे हैं वो कैसे फिरा फिरा के बातें कर रहे हैं। अस्सलाम नादरीन, मैं हूं काशिफ गुलजार, आप देख रहे हैं पाकिस्तान बीट्स। नादरीन, उकाड़ा के नुआई गांव 33-2R में मौजूद हूं। मेरे साथ जो माँ बाप बैठे हुए हैं, मुबैना तौर पर इनका दावा है कि इनकी 4 साला बेटी के साथ ज़्यादती हुई है। ये ज़्यादती किस तरह पेश आई, ये सारी इन्हीं की ज़बानी आप लोगों के सामने रखेंगे। अस्सलाम वालेकुम। वालेकुम सलाम। जी, किस तरह पता चला कि आपकी बेटी के साथ ज़्यादती हुई है, और वो जिसने ज़्यादती की है वो कौन है, वो कितने साल का है, वो सारा वकूआ बताइए। वो भाई 8-9 साल का मुंडा है, ते भाई उन्हें सारा दिन मौजूद कर रही कुड़ी। कुड़ी रात भी सुती आ, उन्होंने उस दिन नवा के बाहर कढ़ी कुड़ी। रात सुती, सुबह ਅਸੀਂ ਦੀ ਸ਼ਲਵਾਰ ਨਾਲ ਜੋ ਵੇਖਿਆ ਬਲੱਡ ਲੱਗਿਆ ਹੋਇਆ ਸੀ। ਬੱਚਿਆਂ ਨੇ ਮੈਂ ਬਤਾਇਆ, ਮੈਂ ਇੰਨੀ ਗੌਰ ਨਹੀਂ ਕੀ ਭਾਈ। ਤੇ ਫਿਰ ਇਹਨੇ ਵੱਡਾ ਪਿਸ਼ਾਬ ਕੀਤਾ ਵਾ ਕੁੜੀ ਨੇ, ਅੱਧਾ ਪਿਸ਼ਾਬ ਸੀ ਅੱਧਾ ਬਲੱਡ ਸੀ। ਉੱਥੋਂ ਮੈਂ ਫਿਰ ਇਹਦਾ ਇੰਟਰਵਿਊ ਕੁੜੀ ਦਾ ਲਿਆ ਵਾ। ਕੁੜੀ ਨੇ ਬਤਾਇਆ ਮੈਨੂੰ ਵੀ ਇਹਨਾਂ ਦੇ ਮੁੰਡਿਆਂ ਨੇ ਮੇਰੇ ਨਾਲ ਜੋ ਕੀਤਾ ਵਾ ਉਹਨਾਂ ਨੂੰ ਪਤਾ ਵਾ। ਅੰਮੀ ਮੈਨੂੰ ज़्यादती की ਹਾਂ ਵੀ ਅੰਮੀ ਮੈਨੂੰ ਨਹੀਂ ਪਤਾ, ਇਹਨਾਂ ਦੇ ਬੱਚਿਆਂ ਨੇ ਜੋ ਕੀਤਾ ਮੇਰਾ ਉਹਨਾਂ ਨੇ ਖੂਨ ਕੱਢਿਆ ਵਾ। ਉਸ ਤੋਂ ਬਾਅਦ ਭਾਈ ਮੈਂ ਉਹਨਾਂ ਦੇ ਘਰ ਸੁਨੇਹਾ ਗੁਆਂਢਣ ਦੇ ਹੱਥੀਂ ਭੇਜਿਆ ਵਾ ਕਿ ਤੁਹਾਡੇ ਮੁੰਡੇ ਨੇ ਆਹ ਕੁਛ ਕੀਤਾ ਵਾ, ਤੇ ਹੁਣ ਚਲੋ ਬੱਚੇ ਨੇ ਤੇ ਅਸੀਂ ਵੀ ਨਹੀਂ ਕੁਛ ਕਹਿੰਦੇ, ਤੇ ਅੱਗੇ ਤੋਂ ਬਾਅਦ ਇਹਦਾ ਖਿਆਲ ਕਰ ਲਵੋ ਤੁਸੀਂ ਆਪ। ऐसी गलती ना हो। ਐਸੀ ਗਲਤੀ ਨਾ ਹੋਏ। ਉਹਨਾਂ ਨੇ ਭਾਈ ਇਹਨੇ ਫੱਦ ਫੈਲੀਆਂ ਬਕਵਾਸ ਕੀਤੇ ਨੇ, ਉਹਨਾਂ ਨੇ ਕਿਹਾ ਸਾਨੂੰ ਨਹੀਂ ਪਤਾ ਕਿੱਥੋਂ ਕਰਵਾ ਕੇ ਆਈ ਆ। गालियां देना शुरू। ਗਾਲੀਆਂ ਦੇਣੇ ਸ਼ੁਰੂ ਹੋ ਗਏ। ਉਸ ਤੋਂ ਬਾਅਦ ਸਾਡੇ ਨਾਲ ਉਹਨਾਂ ਦੀ ਲੜਾਈ ਹੋ ਗਈ। ਫਿਰ ਅਸੀਂ 15 ਤੇ ਕਾਲ ਕੀਤੀ ਆ, ਉਹ ਦੋਨੇ ਕਾਰਾਂ ਨੂੰ ਲੈ ਗਏ ਸੀ। ਉੱਥੇ ਇਹਨਾਂ ਦੇ ਇੱਕ ਮਾਮੂ ਸੀ, ਫਰਾਡ ਕਰਕੇ ਮੇਰੇ ਬੰਦਾ ਅਨਪੜ੍ਹ ਸੀ, ਉਹਦੇ ਇਹਨਾਂ ਨੇ ਇਹਨੂੰ ਕੱਚ 'ਚ ਲੈ ਲਿਆ ਵਾ ਕਿ ਬੱਚੇ ਆ ਇੱਦਾਂ ਵਾ ਜੋ ਵੀ ਸੀ। ਸਾਨੂੰ ਪਹਿਲਾਂ ਕਰ ਤਾਂ ਲੈਣ ਦਿੰਦਾ ਜੋ ਅਸੀਂ ਕਰਨ ਗਏ ਸੀ। ਇਹਨਾਂ ਨੇ ਸਾਨੂੰ ਨਹੀਂ ਮੈਡੀਕਲ ਕਰਵਾਉਣ ਦਿੱਤਾ, ਨਹੀਂ ਇਹਨਾਂ ਨੇ ਕਿਤੇ ਹਿੱਲਣ ਦਿੱਤਾ। ਇਹਨਾਂ ਨੇ ਕਿਹਾ ਵਾ ਪੰਚਾਇਤ ਫੈਸਲਾ ਪਹਿਲੇ ਕਰਨਾ ਤੇ ਵੀ ਤੁਸੀਂ ਇਹ ਨਾ ਕਰੋ, ਥਾਣੇ ਸੇ ਵਾਪਸ ਲੈ ਆਣ। ਅਸੀਂ ਕਿਹਾ ਸੀ ਨਹੀਂ ਵਾਪਸ ਜਾਣਾ। ਮੈਂ ਨਹੀਂ ਮੰਨੀ, ਮੈਂ ਕਿ ਮੇਰੀ ਕੁੜੀ ਨਾਲ ਜਾ ਵਾ, ਕੱਲ ਹੋਰ ਵੀ ਵਾਕਿਆ ਹੋ ਜਾਏਗਾ, ਸਾਡੇ ਪਿੱਛੇ ਕਿਸੇ ਨੇ ਲੱਗਣਾ ਹੀ ਨਹੀਂ। ਤੇ ਉਹਨਾਂ ਨੇ ਫਿਰ ਇਹਨੂੰ ਬੁਲਾ ਲਿਆ ਸੀ। ਇਹ ਕਹਿੰਦਾ ਮੇਰੇ ਯਾਨੀ ਕਿ ਵੀ ਆਪਾਂ मेडिकल नहीं करवाने। ਮੈਡੀਕਲ ਉਹਨਾਂ ਨੇ ਸਾਡਾ ਟਾਈਮ ਜ਼ਾਇਆ ਕਰ ਦਿੱਤਾ। SHO ਦੇ ਪੇਸ਼ ਕੁੜੀ ਨੇ ਹੋਣਾ ਸੀ, ਉਹਨਾਂ ਨੇ ਉਹ ਵੀ ਨਹੀਂ ਹੋਣ ਦਿੱਤਾ। ਪਹਿਲੇ ਉਹਨਾਂ ਨੇ ਬਾਹਰੋਂ ਸਟਾਮ ਲਿਆ ਕੇ ਬਾਹਰੋਂ ਸਭ ਕੁਝ ਲਿਖਵਾ ਕੇ, ਸਭ ਕੁਝ ਉਹਨਾਂ ਨੇ SHO ਤੋਂ ਆਉਣ ਤੋਂ ਪਹਿਲੇ ਹੀ ਕਰਵਾ ਕੇ ਸਾਡੇ ਅੰਗੂਠੇ ਲਗਵਾ ਲਏ ਕਿ अंगूठे क्यों लगवाए? ਭਾਈ ਪਤਾ ਹੀ ਨਹੀਂ ਚੱਲਿਆ ਸੀ, ਸਾਨੂੰ ਪਤਾ ਹੀ ਨਹੀਂ ਚੱਲਿਆ, ਬਾਹਰੋਂ ਲਿਖਵਾ ਕੇ ਲਿਆ। ਬੌਂਦਲੇ ਆ ਜੀ, ਸਾਨੂੰ ਆਪਣੇ ਮਾਮਲੇ 'ਚ ਬੌਂਦਲੇ ਰਹੇ ਜੀ, ਸਾਨੂੰ ਤੇ ਹੋਸ਼ ਨਹੀਂ ਮੈਨੂੰ ਹੈਗੀ ਸੀ। ਮੈਨੂੰ ਕਹਿੰਦੇ ਵੀ ਤੂੰ ਘਬਰਾ ਨਾ, ਤੈਨੂੰ ਇਨਸਾਫ ਮਿਲੇਗਾ, ਤੂੰ ਟਾਈਮ ਸਾਨੂੰ ਦੇ, ਅਸੀਂ ਤੇਰਾ ਪੰਚਾਇਤ ਦੇ ਵਿੱਚ ਫੈਸਲਾ ਕਰਾਂਗੇ, ਇਨਸ਼ਾਅੱਲਾ ਤੇਰੇ ਹੱਕ ਦੇ ਵਿੱਚ ਹੋਏਗਾ। ਮੈਂ ਕੋਈ ਪੈਸਿਆਂ ਦਾ ਮੁਤਾਲਬਾ ਨਹੀਂ ਜੀ, ਮੈਂ ਲਾਹਨਤ ਭੇਜਣਾ ਪੈਸੇ, ਕੰਜਰਾਂ ਕੋਲ ਵੀ ਸਾਹਿਬ ਜੀ ਬੜੇ ਨੇ, ਪੈਸਿਆਂ ਦੀ ਮੈਨੂੰ ਕੋਈ ਨਹੀਂ, ਮੈਂ ਲਾਹਨਤ ਭੇਜਣਾ ਪੈਸੇ ਤੇ, ਮੈਨੂੰ ਸਾਬ ਇਨਸਾਫ ਚਾਹੀਦਾ ਮੇਰੀ ਬੱਚੀ ਵਾਸਤੇ। ਹਾਂਜੀ, ਇਹ ਗੈਰਤਮੰਦ ਪਿਓ ਦੀ ਇੱਕ ਆਵਾਜ਼ ਹੈ, ਇਹ ਗੈਰਤਮੰਦ ਬਾਪ ਦੀ ਇੱਕ ਆਵਾਜ਼ ਹੈ। ਮੇਰੇ ਨਾਲ ਇਨਸਾਫ ਕੀਤਾ ਜਾਵੇ, ਇਹਨਾਂ ਨੇ ਮੈਡੀਕਲ ਨਹੀਂ ਕਰਾਉਣ ਦਿੱਤਾ, ਸਾਰਾ ਮੇਰਾ ਵਕਤ ਗੁੱਲ ਕਰ ਦਿੱਤਾ, ਮੇਰੇ ਸਾਰੇ ਪ੍ਰੂਫ ਖਰਾਬ ਕਰ ਦਿੱਤੇ। इस टाइम क्या स्टेटस चल रहा है आपका? ਹੁਣ ਸਟੇਟ ਤੁਹਾਡੇ ਸਾਹਮਣੇ ਹੈ ਸਰ ਜੀ, ਇੱਜ਼ਤ ਗਈ ਕਦੀ ਵਾਪਸ ਨਹੀਂ ਆਈ। ਠੀਕ ਹੋ ਗਿਆ, ਹੁਣ ਜਿਹੜਾ ਹੋਣਾ ਸੀ ਹੋ ਗਿਆ। ਹੁਣ ਤੁਸੀਂ ਆਪਣੀ ਕਾਰਵਾਈ ਵੇਖ ਲਓ ਕਿ ਕੀ ਚੱਲਦੀ ਹੈ ਸਾਹਿਬ। ਜੇ ਸਾਨੂੰ ਇਨਸਾਫ ਮਿਲ ਸਕਦਾ ਤਾਂ ਲੈ ਕੇ ਦਿਓ, ਹੱਕ ਬਣਦਾ ਸਾਡਾ, ਸਾਡੀ ਧੀ ਹੈ, ਅਸੀਂ ਜੰਮੀ ਹੈ ਜਾਈ ਹੈ।
ਮੈਡੀਕਲ ਵੀ ਨਹੀਂ ਆਪਨੇ ਸਰ ਮੈਡੀਕਲ ਉਹਨਾਂ ਨੇ ਹੋਣ ਨਹੀਂ ਦਿੱਤਾ। ਤੁਸੀਂ ਪੰਚਾਇਤੀ ਮਾਮਲੇ ਤੁਸੀਂ ਸੁਣਿਆ, ਉਹਨਾਂ ਨੇ ਤੁਹਾਨੂੰ ਕੀ ਕਿਹਾ ਕਿ ਇਹਨਾਂ ਨੇ ਵਕਤ ਗੁੱਲ ਕੀਤਾ, ਤੁਹਾਨੂੰ ਪੰਚਾਇਤੀ ਨੇ ਵੀ ਇਹ ਗੱਲ ਕਹੀ ਹੈ। ਪੰਚਾਇਤੀ ਇਸ ਗੱਲ ਦਾ ਗਵਾਹ ਜਿੱਥੇ ਕਹੋਗੇ ਇਨਸ਼ਾਅੱਲਾ ਉਹ ਗਵਾਹੀ ਦੇਗਾ ਔਰ ਦੇਗਾ, ਉਹਨੂੰ ਦੇਣੀ ਪੈਣੀ ਹੈ। ਕਿ ਤੁਸੀਂ ਵੇਖ ਕੇ ਅੱਜ ਜਿਹੜੀ दूसरा बैठक ਦੇ ਵਿੱਚ पंचायत हुई ਤੁਸੀਂ ਵੇਖੀ। नादरीन मैं अभी जो गांव के पंचायती हैं, जो समझ लें कि गांव के सरबराह होते हैं या नंबरदार होते हैं, काउंसलर होते हैं, उनसे भी डिस्कस हुआ है, उनके साथ भी गुफ्तगू करके आए हैं। तो जो स्टोरी थाने वाली ये सुना रहे हैं कि हम थाने में गए, हमारा मेडिकल उन्होंने नहीं होने दिया, हमें वो बड़े प्यार से मोहब्बत से वापस लेके आए, ये सारे बातें वो भी कर रहे हैं जी ऐसे हुआ है। फिर यहाँ पे आके जो इनका जो बड़ा था, इनका मामू था, जो सुलह करवाने वाला था, वो शायद यहाँ से भाग गया। इनसे पैसे लेकर वो भाग गया, अपना खान पीन कर गया। हाँ जी, वो इनसे पैसे लेके खुद अपनी पॉकेट में डाल के उधर से कह रहा कि मैंने कचहरियों में आप लोगों का रोला खत्म कर दिया। उनकी बात उसने की, उन्हें क्या आपको कहीं जाने की जरूरत नहीं है, मैं पक्के काम करके आया हूँ। मैंने उस बच्चे लगवा ली। हाँ जी, मैंने उसको धोखे के साथ उसके मैंने सारा काम करवा लिया। तुम लोगों को टेंशन लेने की जरूरत नहीं, तुम लोग आराम से घर बैठ जाओ। वो उसकी बातों में लगे हुए और वो आराम से घर बैठे हैं सर, और हम कुत्ते की तरह भाग रहे हैं सर, कुत्ते की तरह, जैसे पागल कुत्ते होते हैं। ये देखें अभी आपके सामने पंचायतियों को मैं बड़ी मुश्किल से लेकर आया हूँ। इस मामले में आपको पता है तो कोई उठने लगा, सोचता है, कोई बैठता है। इन लोगों को बात पहले सोचनी चाहिए जब मुझे ये लेने गए। अब आप भी देख रहे हैं वो कैसे फिरा फिरा के बातें कर रहे हैं। इनका केस खराब कर दिया गया। अगर ये हक पे हैं, अगर ये हक पे हैं, ये सच्चे हैं, तो इनको इंसाफ मिलना चाहिए। इनको थाने से भी बड़ी मोहब्बत से वापस ले आए ताकि इनका केस खराब हो सके। मैं समझता हूँ जी जी जी। ਦੁਬਾਰਾ ਭਾਈ ਅਸੀਂ ਗਏ ਆ, ਉਦੋਂ ਸਾਨੂੰ ਇਹਨਾਂ ਨੇ ਕਿਹਾ ਵਾ ਵੀ ਤੁਸੀਂ ਵਾਪਸ ਆ ਸਕਦੇ ਜੇ ਤੁਹਾਡਾ ਨਾ ਫੈਸਲਾ ਹੋਵੇ ਤਾਂ। ਸਾਨੂੰ ਠੱਗੀ ਨਾਲ ਇਹਨਾਂ ਨੇ ਅੰਗੂਠੇ ਲਗਵਾਏ। ਜਦੋਂ ਤਸਵੀਰ ਬਣਾਉਣ ਲੱਗੇ ਮੈਂ ਕਿ ਮੈਂ ਤਸਵੀਰ ਨਹੀਂ ਬਣਵਾਣੀ, ਤੁਸੀਂ ਰਸਾਈ ਕਰ ਰਹੇ ਜੀ। ਉੱਥੇ ਮੂਵੀ ਚਲਾਈ ਨੇ, ਅਸੀਂ ਕਿਹਾ ਅਸੀਂ ਨਹੀਂ ਕਰਨੀ। ਤੇ ਇਹਦਾ ਮਾਮੂ ਕਹਿ ਰਿਹਾ ਕਿ ਆਪਾਂ ਵਕਤੀ ਤੌਰ ਜਾ ਰਹੇ ਹਾਂ, ਆਪਾਂ ਪੱਕਾ ਕੰਮ ਨਹੀਂ ਕਰ ਰਹੇ, ਪੱਕਾ ਉੱਥੋਂ ਕਰ ਲੈ ਸਟਾਮ। 12 ਬਾਰ ਲਿਖਵਾ ਕੇ अंगूठे सड़े हुए थाने से लगवाए से, 12 बार लिखवाया थाने से बाहर से। इन्नी ठगी तो ज्यादती की। बहरहाल इनको, मैं ज़्यादा लंबी वीडियो नहीं बना रहा, इनको इंसाफ मिलना चाहिए। अगर इनके साथ जुल्म हुआ है, ज्यादती हुई है, तो ऐसा नहीं होना चाहिए। अगर इनके साथ किसी ने ज्यादती की है, बीच वाले बंदे ने जिन्होंने अंगूठे लगे, तो वो भी जुल्म किया, इनका केस खराब नहीं होना चाहिए था। बहरहाल जो हमारे इदारे हैं इस पे नज़रसानी करें और इनको इंसाफ